ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ परम गुरु सागर, गावो गुण परम गुरु सुख सागर। दुर्त निवारण शब्द सरे, गावै गंभीर धीर मत सागर। जोगी जंगम ध्यान तरे, गावै इंद्राद भगत प्रहलादक। आत्म रस जिन जानियो, कब कल सो जस गावो गुरु नानक। राज जोग जिन माणियो। कलयुग के अवतार नाम के बोहित, जाहरा जहूर हाजरा हजूर। जागत जो तख्त चवर दे मालिक साहब श्री गुरु ग्रंथ साहिब जीओ, आप जी को डंडौत बंधन अनेक बार। गुरु पातशाह जी के गृह स्वरूप गुरु प्यारी साध संगत जीओ, फतेह प्रवान करो। वाहिगुरु जी का खालसा, वाहिगुरु जी की फतेह। साहिब श्री गुरु नानक पातशाह जी जिन्हां दा सवैया ਭੱਟਾਂ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਆਪ ਜੀ ਨੇ ਮੰਗਲ ਦੇ ਵਿੱਚ ਸਰਵਣ ਕੀਤਾ। ਉਹ ਪਾਤਸ਼ਾਹ ਨੇ ਸਾਡੇ ਲਈ ਇੱਕ ਦਾਤ ਬਖਸ਼ੀ ਹੈ, ਔਰ ਉਸ ਦਾਤ ਦਾ ਨਾਮ ਹੈ ਜੀ ਪ੍ਰਭੂ ਦਾ ਨਾਮ। ਸਾਹਿਬਾਂ ਦੇ ਆਗਮਨ ਤੋਂ ਪਹਿਲੋਂ ਇਹ ਦਾਤ ਪ੍ਰਗਟ ਨਹੀਂ ਸੀ ਕੀਤੀ ਗਈ। ਦਾਤਾ ਪਰਮੇਸ਼ਰ ਅਕਾਲ ਪੁਰਖ ਆਪ ਜਾਣਦਾ ਉਹਨੇ ਕਦੋਂ ਕੀ ਕਰਨਾ ਹੈ, ਕੀ ਵਿਉਂਤ ਬਣਾਉਣੀ ਹੈ, ਔਰ ਜਗਤ ਜੋ ਜਲੰਦਾ ਹੈ, ਇਹਨੂੰ ਜਗਤ ਜਲੰਦਾ ਵੀ ਕਿਉਂ ਆਖਿਆ ਜਾਂਦਾ ਹੈ? ਕਿਉਂਕਿ ਇਹ ਸਾਹਿਬ ਦੀ ਮੱਤ ਨੂੰ ਹੌਲੀ ਹੌਲੀ ਛੱਡਦਾ ਹੋਇਆ, ਉਸ ਸਾਹਿਬ ਨੇ ਜੋ ਸਾਡੇ ਸਹਾਇਤਾ ਵਾਸਤੇ ਮਾਇਆ ਦਿੱਤੀ ਹੈ, ਉਸ ਨੂੰ ਸਭ ਕੁਝ ਮੰਨਣ ਲੱਗ ਪੈਂਦਾ ਹੈ। ਜਿਵੇਂ ਹੁਣ ਤੁਸੀਂ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ ਕਿ ਕਿਵੇਂ ਦਾਤੇ ਨੂੰ ਛੱਡ ਕੇ ਦਾਤ ਵੱਲ ਇਨਸਾਨ ਖਿੱਚਿਆ ਜਾਂਦਾ ਹੈ, ਔਰ ਉਹ ਜਿਹੜੀ ਦਾਤ ਹੈ ਉਹ ਇੱਕ ਸਹਾਇਕ ਹੈ, ਉਹ ਸਭ ਕੁਝ ਨਹੀਂ ਹੈ। ਅਸੀਂ ਉਸ ਦੇ ਵਿੱਚ ਉਲਝ ਜਾਂਦੇ ਹਾਂ, ਖੱਪ ਜਾਂਦੇ ਹਾਂ, ਕ੍ਰਿਜ ਜਾਂਦੇ ਹਾਂ। ਕਿਉਂ? ਕਿਉਂਕਿ ਉਸ ਨੇ ਸਾਨੂੰ ਸਿਖਰ ਤੇ ਨਹੀਂ ਪਹੁੰਚਾਉਣਾ। ਉਹ ਤਾਂ ਖਿੰਨ ਮਾਤਰ ਕੁਝ ਸਮੇਂ ਵਾਸਤੇ ਸਮਝ ਲਿਆ ਜਾਏ ਕਿ ਇੱਕ ਜਸਟ ਇੱਕ ਗਿਫਟ ਹੈ। ਜਿਵੇਂ ਆਪਾਂ ਕੋਈ ਚੰਗਾ ਕਾਰਜ ਕਰੀਏ ਤਾਂ ਆਪਾਂ ਨੂੰ ਵਜ਼ੀਫਾ ਮਿਲਦਾ ਹੈ ਜਾਂ ਕੋਈ ਇਨਾਮ ਮਿਲਦਾ ਹੈ। कि इनाम या वजीफा डिग्री है, या उस डिग्री ते चलण वास्ते भी वो कोई सहायता कर सकता है? नहीं, वो सिर्फ एक वडियाई है। असी वडियाई दे नाल ना जुड़िए, वड्डे नाल जुड़िए। इसे प्रथाएं अज जो साहबा ने अमृत वेले अमर शहीद जथेदार बाबा हनुमान सिंह जी दे इस शहीदी स्थान ते
ਸਾਡੇ ਲਈ ਹੁਕਮ ਬਖਸ਼ਿਆ ਹੈ, ਉਹ ਵੀ ਕੁਝ ਇਸੇ ਤਰੀਕੇ ਹੈ। ਆਪਾਂ ਵਿਚਾਰ ਲਈਏ। ਤੀਜੇ ਸਰੂਪ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਜੋ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਵਰਤੀ, ਫਰਮਾਉਂਦੇ ਨੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਸਾਹਿਬਾਂ ਨੇ ਹੁਕਮ ਕੀਤਾ ਮਨ ਨੂੰ। ਕਿਉਂ? ਸਾਹਿਬ ਕਹਿੰਦੇ ਮਨ ਤੂੰ ਸਮਝ, ਤੂੰ ਇੱਕ ਮਨ ਇੱਕ ਚਿੱਤ ਇਕਾਗਰ ਚੀਤ ਹੋ ਕੇ, ਸਾਵਧਾਨ ਹੋ ਕੇ ਪ੍ਰਭੂ ਦਾ ਨਾਮ ਧਿਆ। ਮਨ ਨੂੰ ਕਿਉਂ ਤਾਕੀਦ ਹੈ? ਇਸ ਸਰੀਰ ਦੇ ਵਿੱਚ ਦੇਹੀ ਗੁਪਤ ਵਿਦੇਹੀ ਦਿਸੈ। ਸਾਨੂੰ ਜੋ ਨਜ਼ਰ ਆ ਰਿਹਾ ਇਹ ਵਿਦੇਹੀ ਹੈ। ਸਾਹਿਬਾਂ ਨੇ ਇਸ ਨੂੰ ਵਿਦੇਹੀ ਕਿਹਾ। ਅਸਲ ਦੇਹ ਜੋ ਅੰਦਰ ਹੈ, ਆਤਮ ਸਰੂਪ ਹੈ, ਉਸ ਦਾ ਡਰਾਈਵਰ ਹੈ ਜੋ ਸਾਨੂੰ ਨਜ਼ਰ ਨਹੀਂ ਆ ਰਹੀ, ਅਦ੍ਰਿਸ਼ ਹੈ। ਉਸ ਦਾ ਜੋ ਡਰਾਈਵਰ ਹੈ ਉਹ ਵੀ ਅਦ੍ਰਿਸ਼ ਹੈ, ਔਰ ਉਹ ਡਰਾਈਵਰ ਕਹਿ ਲਓ, ਉਸ ਦਾ ਨਾਮ ਮਨ ਹੈ। ਉਹ ਉਸ ਨੂੰ ਭਟਕਾ ਵੀ ਸਕਦਾ ਹੈ, ਸਿੱਧੇ ਰਾਹ ਤੇ ਵੀ ਲਿਜਾ ਸਕਦਾ ਹੈ। ਇਸ ਕਰਕੇ ਤਾਕੀਦ ਕੀਤੀ ਗਈ ਹੈ ਪਾਤਸ਼ਾਹ ਵੱਲੋਂ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਇੱਕ ਮਨ ਨੂੰ ਤਾਕੀਦ ਹੈ, ਇੱਕ ਮਨ। ਬਾਣੀ ਨੂੰ ਜੇ ਆਪਾਂ ਪੜਾਂਗੇ ਨਾ ਜੀ ਪਿਆਰ ਨਾਲ, ਜੇ ਆਪਾਂ ਇੱਕ ਤੁਕ ਦੇ ਉੱਤੇ ਹੀ ਆਪਾਂ ਵਿਚਾਰ ਕਰਨ ਲੱਗ ਜਾਈਏ, ਸਾਰਾ ਦਿਨ ਵਿਚਾਰ ਨਹੀਂ ਮੁੱਕਦੀ। ਮਹਾਰਾਜ ਕਹਿੰਦੇ ਆ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ। ਦੇਖੋ ਮਨ ਨੂੰ ਕਹਿ ਰਹੇ ਨੇ ਤੂੰ ਇੱਕ ਮਨ। ਕਾਰਨ ਕੀ ਹੈ? ਇਹ ਮਨ ਹੈ ਨਾ ਜੀ, ਇੱਕ ਐਡੀ ਵੱਡੀ ਸਾਡੀ ਕੋਲ ਤਾਕਤ ਹੈ। ਇੱਕ ਤਾਂ ਇਸ ਦੀ ਸਪੀਡ ਬਹੁਤ ਹੈ, ਦੂਜਾ ਇਹ ਟੁਕੜੇ ਹੋਣਾ ਜਾਣਦਾ ਹੈ। ਇੱਕ ਪਲ ਇੱਕ ਖਿੰਨ ਦੇ ਵਿੱਚ ਕਿਤਨੇ ਹੀ ਟੁਕੜੇ ਹੋ ਜਾਣਗੇ। ਮਤਲਬ ਕਦੇ ਕੁਝ ਸੋਚਣ ਲੱਗ ਪੈਂਦਾ, ਕਦੇ ਕੁਝ ਸੋਚਣ ਲੱਗ ਪੈਂਦਾ, ਸਰੀਰ ਨੂੰ ਕਿਸੇ ਹੋਰ ਕਾਰੇ ਲਗਾ ਕੇ ਆਪ ਕੁਝ ਹੋਰ ਸੋਚਣ ਲੱਗ ਜਾਂਦਾ ਹੈ। ਇਸ ਕਰਕੇ ਇਹਨੂੰ ਕਹੇ ਇੱਕ ਮਨ ਹੋ, ਇਕਾਗਰ ਹੋ, ਸਾਵਧਾਨ ਹੋ। ਔਰ ਹੋਏਗਾ ਵੀ ਕਿਵੇਂ? ਪਾਤਸ਼ਾਹ ਖੁਦ ਹੀ ਕਹਿੰਦੇ ਨੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਤੇ ਇੱਕ ਮਨ ਇੱਕ ਚਿੱਤ ਹੋਵੇਗਾ ਕਿਵੇਂ? ਮਹਾਰਾਜ ਕਹਿੰਦੇ ਗੁਰ ਸ਼ਬਦੀ ਇਹ ਮਨ ਹੋੜੀਏ। ਗੁਰ ਸ਼ਬਦ ਦੇ ਵਿੱਚ ਇਹ ਤਾਕਤ ਹੈ ਕਿ ਇਸ ਮਨ ਨੂੰ ਇੱਕ ਰਾਹ, ਇੱਕ ਹੋਣਾ ਸਿਖਾ ਦਿੰਦਾ ਹੈ, ਇੱਕ ਕਰ ਦਿੰਦਾ ਹੈ, ਤਾਂ ਜੋ ਖਿੰਡਿਆ ਹੋਇਆ ਤੇਰਾ ਖਿੰਡਾਰ ਹੈ, ਤੂੰ ਵੱਖ ਹੋਇਆ ਫਿਰਦਾ ਹੈ, ਸੋਚਦਾ ਕੁਝ ਹੈ, ਕਰਦਾ ਕੁਝ ਹੈ। ਦੂਜਾ, ਤੂੰ ਕਿਸੇ ਹੋਰ ਭਾਵ ਦੇ ਵਿੱਚ ਲੱਗਿਆ ਹੋਇਆ। ਹੁਣੇ ਆਪਾਂ ਸੌਣ ਦਾ ਮਹੀਨਾ ਚੱਲ ਰਿਹਾ ਨਾ ਜੀ, ਅਗਲਾ ਜਿਹੜਾ ਮਹੀਨਾ 17 ਤਾਰੀਖ ਤੋਂ ਪ੍ਰਾਰੰਭ ਹੋਣਾ ਹੈ, ਉਹ ਦੇਸੀ ਭਾਸ਼ਾ ਦੇ ਵਿੱਚ ਭਾਦੋਂ ਦਾ ਮਹੀਨਾ ਹੈ। ਲੇਕਿਨ ਸਾਹਿਬਾਂ ਨੇ ਉਸ ਨੂੰ ਕੀ ਆਖਿਆ? ਭਾ ਦੂਏ ਭਰਮ ਭੁਲਾਣੀਆਂ। ਦੇਖੋ ਵਿਚਾਰ ਨਾਲ ਜੁੜਦਾ ਹੈ ਕਿ ਦੋ ਭਾਵ ਨਾ ਹੋ। ਅਸੀਂ ਜਦੋਂ ਦੋ ਭਾਵ ਵਿੱਚ ਹੁੰਦੇ ਹਾਂ, ਦੁਚਿੱਤੀ ਵਿੱਚ ਹੁੰਦੇ ਹਾਂ,
ਅਸਲ ਰਾਹ ਨੂੰ ਛੱਡ ਕੇ ਦੂਸਰੇ ਦੇ ਨਾਲ ਦੂਸਰੀ ਪੀੜ੍ਹੀ ਦੇ ਵਿੱਚ ਪੈਰ ਧਰਦੇ ਹਾਂ, ਭਾਵ ਕਿ ਮਾਇਆ ਵਾਲੇ ਪਾਸੇ ਵੱਲ ਧਿਆਨ ਜਾਂਦਾ, ਤਾਂ ਅਸੀਂ ਦੋ ਭਾਉ ਹੋ ਜਾਂਦੇ ਹਾਂ। ਇਹੀ ਮਨ ਦਾ ਖਿੰਡਾਰ ਹੈ, ਇਸੇ ਨੂੰ ਇੱਕ ਚਿੱਤ ਇੱਕ ਭਾਉ ਕਰਨਾ ਹੈ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਸਾਹਿਬਾਂ ਦੀਆਂ ਜੇ ਇੱਕ ਮਨ ਇੱਕ ਚਿੱਤ ਧਿਆਉਣਾ ਹੋ ਜਾਵੇ ਤਾਂ ਮਹਾਰਾਜ ਕਹਿੰਦੇ ਆ ਸਦਾ ਦੀਆਂ ਵਡਿਆਈਆਂ ਮਿਲ ਜਾਣਗੀਆਂ, ਹਮੇਸ਼ਾ ਦੇ ਵਜੀਫੇ, ਹਮੇਸ਼ਾ ਦੇ ਗਿਫਟ ਮਿਲ ਜਾਣਗੇ। ਦੇ ਨਾ ਪਛੋਤਾਏ। ਔਰ ਉਹ ਜਿਹੜਾ ਦੇਣਹਾਰ ਹੈ ਉਹ ਤੈਨੂੰ ਦੇ ਕੇ ਇਹ ਦਾਤ ਪਛਤਾਵੇਗਾ ਵੀ ਨਹੀਂ। ਕਿਉਂ? ਕਿਉਂਕਿ ਤੂੰ ਇੱਕ ਮਨ ਇੱਕ ਚਿੱਤ ਹੋ ਕੇ ਇਹ ਦਾਤ ਲਈ ਹੈ, ਨਾਮ ਜਪਿਆ ਤੇ ਦਾਤ ਮਿਲੀ ਹੈ। ਛਲ ਕਪਟ ਨਹੀਂ ਕੀਤਾ, ਹੱਠ ਨਹੀਂ ਕੀਤਾ। ਜਿਵੇਂ ਪਹਿਲੋਂ ਤਪੀ ਤਪੀਸ਼ਰ ਕਰਦੇ ਸਨ, ਆਪਣੇ ਸਰੀਰ ਨੂੰ ਦੁੱਖ ਦੇ ਕੇ ਅੜੀ ਕਰਕੇ ਪਰਮਾਤਮਾ ਸਾਨੂੰ ਮਿਲ। ਸੱਚ ਜਾਣਿਓ ਪਰਮਾਤਮਾ ਤੱਕ ਸ਼ਾਇਦ ਕਿਸੇ ਨੂੰ ਨਾ ਹੀ ਮਿਲਿਆ ਹੋਵੇ ਇਸ ਤਰੀਕੇ। ਉਹਨਾਂ ਨੇ ਜੇ ਹੱਠ ਨਾਲ ਦੀ ਪੂਜਾ ਕੀਤੀ ਹੈ ਤਾਂ ਦੇਵੀ ਦੇਵਤਿਆਂ ਦੀ ਜ਼ਿਆਦਾਤਰ ਕੀਤੀ ਹੈ, ਉਹ ਮਿਲ ਪਏ ਹੋਣਗੇ। ਲੇਕਿਨ ਸਾਡਾ ਉਹ ਮਨੋਰਥ ਨਹੀਂ ਹੈ, ਸਾਡੇ ਤਾਂ ਉਹ ਸਹਾਇਕ ਬਣਨਗੇ। ਇਸ ਕਰਕੇ ਜੇ ਅਸੀਂ ਇੱਕ ਚਿੱਤ ਇੱਕ ਭਾਵ ਮਨ ਦੇ ਖੰਡਾਰ ਨੂੰ ਸੰਜੋ ਕੇ ਇੱਕ ਲਾਈਨ ਦੇ ਉੱਤੇ ਇੱਕ ਜੋ ਰਾਹ ਪਾਤਸ਼ਾਹ ਨੇ ਦੱਸਿਆ, ਜੋ ਭਾਈ ਗੁਰਦਾਸ ਜੀ ਵੀ ਆਖਦੇ ਨੇ, ਗੁਰੂ ਨਾਨਕ ਸਾਹਿਬ ਇੱਕ ਪੰਥ ਚਲਾਇਆ, ਉਹ ਇੱਕ ਰਾਹ ਜੋ ਗੁਰੂ ਸਾਹਿਬ ਨੇ ਚਲਾਇਆ ਸੀ, ਉਸ ਰਾਹ ਦੇ ਉੱਤੇ ਜੇ ਚੱਲੀਏ ਤਾਂ ਹਮੇਸ਼ਾ ਦੇ ਵਜੀਫੇ, ਹਮੇਸ਼ਾ ਦੇ ਗਿਫਟ, ਹਮੇਸ਼ਾ ਦੀ ਉਪਮਾ ਸਾਡੇ ਪੱਲੇ ਪਏਗੀ। ਅੱਗੇ ਮਹਾਰਾਜ ਕੀ ਕਹਿੰਦੇ ਨੇ? ਹਉ ਹਰ ਕੇ ਸਦ ਬਲਿਹਾਰਨੇ, ਜਿਤ ਸੇਵੀਏ ਸੁਖ ਪਾਏ। ਹੁਣ ਜਦੋਂ ਇਹ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਤਾਂ ਮਹਾਰਾਜ ਕਹਿੰਦੇ ਨੇ ਅਸਲ ਸੁਖ ਮਿਲਦਾ ਹੈ। ਸਾਡਾ ਮਨ, ਅਸੀਂ ਜਾਂ ਸਾਡਾ ਮਨ ਸਾਡੀ ਆਤਮਾ ਨੂੰ ਕਿਉਂ ਭਟਕਾਉਂਦਾ ਹੈ? ਕਿਉਂਕਿ ਅਸੀਂ ਜੋ ਮਾਇਆ ਹੈ ਨਾ, ਉਸ ਦੇ ਵਿੱਚੋਂ ਜੋ ਸੁੱਖ ਮਿਲਦਾ ਹੈ, ਜੋ ਸਾਨੂੰ ਦ੍ਰਿਸ਼ਟਮਾਨ ਹੈ ਕਿ ਸਾਡੇ ਕੋਲ ਇਤਨੀ ਮਾਇਆ ਨਹੀਂ, ਫਲਾਣੇ ਬੰਦੇ ਕੋਲ ਇਤਨੀ ਮਾਇਆ, ਤਾਂ ਉਹ ਗੱਡੀਆਂ ਕਾਰਾਂ ਦੇ ਉੱਤੇ ਸੋਹਣੀਆਂ ਕੋਠੀਆਂ ਦੇ ਵਿੱਚ ਬੈਠਾ ਤਾਂ ਉਹ ਸੁਖੀ ਹੈ। ਲੇਕਿਨ ਨਹੀਂ, ਇਹ ਅਸਲ ਸੁੱਖ ਨਹੀਂ ਹੈ ਔਰ ਸੁੱਖ ਵੀ ਨਹੀਂ। ਜੇ ਉਸ ਜੀਵ ਨੂੰ ਪੁੱਛ ਕੇ ਦੇਖ ਲਿਆ ਜਾਏ, ਇਕੱਲੇ ਬਿਠਾ ਕੇ ਪੁੱਛਿਆ ਜਾਏ, ਕੀ ਤੂੰ ਸੁਖੀ ਹੈ? ਸੱਚ ਜਾਣਿਓ ਮੇਰੇ ਤੁਹਾਡੇ ਨਾਲੋਂ ਵੱਧ ਦੁਖੀ ਹੋਏਗਾ। ਅਸਲ ਜਿਹੜਾ ਸੁੱਖ ਹੈ ਉਹ ਇੱਥੇ ਹੈ, ਜਿਸ ਨੂੰ ਮਹਾਰਾਜ ਨੇ ਆਖਿਆ ਹਉ ਹਰ ਕੇ ਸਦ ਬਲਿਹਾਰਣੇ, ਜਿਤ ਸੇਵੀਐ ਸੁਖ ਪਾਏ। ਮਹਾਰਾਜ ਕਹਿੰਦੇ ਉਸ ਪ੍ਰਭੂ ਤੋਂ ਸਦਾ ਬਲਿਹਾਰ ਜਾਨਾ, ਜਿਸ ਦਾ ਨਾਮ ਜਪ ਕੇ ਮੈਨੂੰ ਇਹ ਸੁਖ ਮਿਲ ਗਿਆ। ਕੀ ਉਹ ਇੰਨਾ ਸ਼ੁਕਰਵਾਨ ਹੈ ਉਹ ਅਮੀਰ ਬੰਦਾ ਜਿਸ ਨੂੰ ਦੇਖ ਕੇ ਸਾਡਾ ਮਨ ਭਟਕਿਆ? ਕਾਰਨ ਕੀ ਹੈ? ਕਾਰਨ ਇਹੋ ਹੀ ਹੈ, ਜਿਤਨੀ ਮਾਇਆ ਮਿਲੀ ਜਾਏਗੀ, ਹੁਣੇ ਭਾਈ ਸੁਖਵਿੰਦਰ ਸਿੰਘ ਪਾਸੋਂ ਵੀ ਆਪਾਂ ਨੇ ਸੁਣਿਆ ਹੈ, ਉਸ ਨੂੰ ਸਾਂਭਣ ਲਈ, ਉਸ ਨੂੰ ਸੰਜੋਣ ਲਈ, ਉਸ ਨੂੰ ਇਕੱਤਰ ਕਰਨ ਲਈ ਸਾਡੇ ਸਮੇਂ ਦੀ ਬਰਬਾਦੀ, ਪ੍ਰਭੂ ਤੋਂ ਵਿਛੜਨ ਦਾ ਸਬਬ, ਇਹ ਸਾਰੀਆਂ ਚੀਜ਼ਾਂ ਸਾਡੀਆਂ ਖਪਤ ਹੋ ਜਾਣਗੀਆਂ। ਜਦੋਂ ਇਹ ਖਪਤ ਹੋਣਗੀਆਂ, ਸਾਡਾ ਮਨ ਹੈ ਜੋ ਫਿਰ ਖੇਰੂ ਖੇਰੂ ਹੋਏਗਾ, ਜਿਵੇਂ ਆਪਾਂ ਪਹਿਲੋਂ ਵਿਚਾਰਿਆ।
मन खेरू खेरू होया, उहदी एकाग्रता भन्नी गई। वो एक रात नूं छड्ड के सानू पता नहीं किन्नियां क सोचां दे विच खिंडा देगा। लेकिन जदों असीं प्रभु दे नाम दे नाल जुड़दे हां तां गुर शब्दी ये मन होड़िए, वो गुरु दा शब्द साडे मन नूं संजो के एक लाइन विच लै आऊगा। और वो जदों लाइन विच लै आया, साडी आत्म विश्राम दी अवस्था सानू मिल जूगी। उस आत्म आराम की अवस्था जिसनों प्राप्त हुई है, उसनों ना ठंड है ना सर्दी है, उस दे कोल आनंद ही आनंद है। पढ़ते हैं ना आनंद साहब जी, आप नित पढ़ते हैं। आनंद आनंद सबको कहे, आनंद गुरु ते जाने। आनंद गुरु तो मिलता है, माया दे विच आनंद नहीं है। कि उस मायाधारी बंदे की जिसकी आपने पहलों गल की है कि उसनों ये अवस्था उस कोल है कि उसनों गर्मी भी ना लगे, उसनों सर्दी भी ना लगे, कि वो बिना हीटर तो सर्दियों दे विच, बिना एसी तो गर्मियों दे विच बैठ सकता है? नहीं। लेकिन जेड़े इस आनंद दे विच ने, सच जाणियो, ना गर्मी सर्दी तो छड्डो, उन्होंने ना दुख है ना सुख है संसारक। उन्होंने दोनों ही रद्द करते। संतन दो इरादे, वो ऐसी प्रेम की अवस्था में जुड़ते हैं, ऐसे आनंद दे विच आउंदे ने कि उन्होंने संसारिक मायावी चीज़ों की लोड़ ही नहीं रहिंदी। इसे करके जिवें भाई सुखविंदर सिंह जी ने कहा सी ना कि वो जिहड़ा पार्स मिलिया तो वो चक के वगा मारिया भाई साहब ने, भगत जी ने, भगत नामदेव जी ने। कारण ही यह है कि उन्होंने बेअंत लालां दा लाल, साहिबां दा साहिब वो मिल गया, जिन्हें दाता पैदा कीतियां ने, जिन्हें माया पैदा की है। जेड़ा करता है, जेड़ा कारण है, वो हो गए ने, वो आप हो गए ने। जदों आपां किसी विआह ते जाने आ, आपां वेखदे आ ना सब तो वधिया मठियाई किहड़ी है, आपां वो चुनते हैं। जिहड़ा खाण सब तो वधिया है, आपां वो चुनते हैं। सो जे साडे कोल ऐसी दात, ऐसा परमेश्वर, ऐसा अकाल पुरख जो दाता देण वाला, बनाउण वाला है, वो मिल गया, फिर सानू ये छोटियां दातां दी लोड़ की है? नहीं रह जानी लोड़ है। अगे महाराज की कहते ने, नानक गुरमुख मिल रहे हौमै शब्द जलाए। आपां नाल दी नाल एक कंपैरेटिव स्टेटमेंट दे नाल चल रहे हैं। संसारिक दुख सुख ते आत्मिक दुख सुख। हुण महाराज की कहते ने, जेड़े गुरमुख मिल गए उन्हां दे हौमे दे रोग जल गए। हुण जिहड़ा प्रभु प्यारा उस आनंद की अवस्था दे विच है, उस दे कोल हौमे नहीं। लेकिन वो जो अमीर ज़ादा है, तुसी भी जानते हो, मैं भी जानदा कि कितनी हौमे उन्हां लोकां च हुंदी है। इत्थे आके जे सेवा भी करते ने दिखाउण मात्र, या ये कह लिए कि अपनी भुल्लां बख्शाउण खातर, इत्थे गुरु घर दे विच भी हौमे नहीं छड्डदे। ये रोग है। ये जो रोग है, ये सिर्फ ते सिर्फ उस पंथ, उस राह ते जो चले ने, प्रभु वलीनता दे विच जो हन,
ਜਾਂ ਉਸ ਰਾਹ ਦੇ ਉੱਤੇ ਨੇ, ਉਹਨਾਂ ਦਾ ਰੋਗ ਹੀ ਕੱਟਿਆ ਜਾ ਸਕਦਾ ਹੈ, ਉਹਨਾਂ ਦਾ ਰੋਗ ਹੀ ਦੂਰ ਹੋ ਸਕਦਾ ਹੈ, ਮਾਇਆਧਾਰੀਆਂ ਦਾ ਨਹੀਂ। ਔਰ ਇਹ ਰੋਗ ਐਸਾ ਹੈ, ਜਿਉਂ-ਜਿਉਂ ਚਲੇ ਚੁਭੇ ਦੁੱਖ ਪਾਵੈ। ਜਿਉਂ-ਜਿਉਂ ਤੁਸੀਂ ਵੱਧਦੇ ਹੋ ਨਾ ਜੀ, ਤਿਉਂ-ਤਿਉਂ ਕੰਡਿਆਂ ਸੂਲਾਂ ਵਾਂਗ ਤੁਹਾਨੂੰ ਵੱਜਦਾ ਹੈ। ਜਿਤਨੀ ਹਉਮੈ ਕਰਦੇ ਹੋ ਉਤਨਾ ਰੋਗ, ਉਤਨਾ ਦੁੱਖ ਮਹਿਸੂਸ ਹੋਰ ਜ਼ਿਆਦਾ ਹੁੰਦਾ। ਕਿੱਥੇ ਮਾਇਆਵੀ ਲੋਕ ਸੁਖੀ ਨੇ। ਅੱਗੇ ਮਹਾਰਾਜ ਕੀ ਕਹਿੰਦੇ ਨੇ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਹੁਣ ਇਹ ਹੋਏਗਾ ਕਿੱਦਾਂ? ਜਦੋਂ ਅਸੀਂ ਨਾਮ ਜਪਦੇ ਆ ਨਾ ਜੀ, ਸੱਚ ਜਾਣਿਓ ਉਦੋਂ ਬਖਸ਼ਿਸ਼ ਹੁੰਦੀ ਹੈ। ਪਹਿਲੀ ਪੌੜੀ ਇਹ ਹੈ ਕਿ ਪਾਤਸ਼ਾਹ ਆਪਣੀ ਸੇਵਾ ਦੇ ਵਿੱਚ ਆਪ ਲਾਉਂਦੇ ਨੇ, ਐਸੀ ਬਖਸ਼ਿਸ਼ ਦੀ ਪ੍ਰਾਪਤ ਹੁੰਦੀ ਹੈ। ਆਪੇ ਸੇਵਾ ਲਾਇਨ, ਉਹ ਬਖਸ਼ ਕਰਕੇ ਆਪ ਸੇਵਾ ਲਾਉਂਦੇ ਨੇ। ਕਿਵੇਂ? ਆਪਾਂ ਵੀ ਕਹਿੰਦੇ ਆ ਜੀ ਕਿ ਅਸੀਂ ਵੀ ਬਹੁਤ ਸੇਵਾ ਕਰਦੇ ਹਾਂ, ਜੋੜੇ ਵੀ ਝਾੜਦੇ ਆ, ਲੰਗਰ ਵਿੱਚ ਵੀ ਹੈ, ਲੇਕਿਨ ਫਿਰ ਵੀ ਹਉਮੈ ਹੈ, ਫਿਰ ਵੀ ਦੁਖੀ ਹਾਂ। ਕਾਰਨ ਕੀ ਹੈ? ਨਾਮ ਨਹੀਂ ਜਪਿਆ। ਜਦੋਂ ਤੱਕ ਉਸ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਨਹੀਂ ਨਾ ਜਪਾਂਗੇ, ਅਕਲ ਨਹੀਂ ਆਏਗੀ। ਇਹ ਅਕਲ, ਸੁਮਤ ਔਰ ਗਿਆਨ ਦਾ ਜੋ ਦਾਤਾ ਹੈ ਨਾ ਜੀ, ਇਹ ਉਹ ਹੈ। ਜਦੋਂ ਉਹ ਅਕਲ ਬਖਸ਼ੇਗਾ, ਸੁਮਤ ਬਖਸ਼ੇਗਾ, ਗਿਆਨ ਔਰ ਧਿਆਨ ਬਖਸ਼ੇਗਾ, ਫਿਰ ਸਾਨੂੰ ਅਸਲ ਪਤਾ ਲੱਗੇਗਾ ਕਿ ਸੇਵਾ ਕਰਨੀ ਕਿਵੇਂ ਹੈ। ਅੱਜ ਤਾਂ ਅਸੀਂ ਇਹ ਕਹਿੰਦੇ ਹਾਂ ਨਾ ਕਿ ਜੇ ਮੈਂ ਚੌਰ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਤਾਂ ਹੋਰ ਕੋਈ ਕਰੇ ਨਾ, ਮੈਂ ਹੀ ਸੇਵਾ ਕਰਾਂ, ਮੇਰੀ ਸੇਵਾ ਹੈ, ਮੈਂ ਕਰੂੰਗਾ, ਪਤਾ ਨਹੀਂ ਕੀ ਮਿਲ ਜਾਣਾ ਮੈਨੂੰ। ਲੇਕਿਨ ਜਿੱਦਣ ਉਹਨੇ ਅਕਲ ਦਿੱਤੀ ਨਾ ਜੀ, ਜੇ ਤੁਸੀਂ ਸੇਵਾ ਕਰ ਰਹੇ ਹੋ, ਤੁਹਾਡੇ ਕੋਲ ਕੋਈ ਹੋਰ ਆ ਗਿਆ ਜੀ, ਸੇਵਾ ਮੈਂ ਕਰ ਲਾਂ, ਹੱਸ ਕੇ ਖਿੜੇ ਮੱਥੇ ਤੁਸੀਂ ਚੌਰ ਉਹਨੂੰ ਦਓਗੇ। ਸੇਵਾ ਦੇਣੀ ਵੀ ਇੱਕ ਸੇਵਾ ਹੈ, ਇਸ ਦੀ ਸੁਮਤ ਅਕਲ ਆਏਗੀ। ਇਹ ਨਹੀਂ ਕਿ ਮੈਂ ਹੀ ਕਰਾਂ। ਬਹੁਤ ਆਪਾਂ ਇਹ ਮੁਬਾਲਤਾ 'ਚ ਪੈਂਦੇ ਹਾਂ ਕਿ ਸੇਵਾ ਮੈਂ ਹੀ ਕਰਾਂ, ਮੈਨੂੰ ਇਹ ਕੁਝ ਮਿਲ ਜੇ, ਪਤਾ ਨਹੀਂ ਮੈਨੂੰ ਕੀ ਮਿਲ ਜਾਣਾ ਸੇਵਾ ਕਰਕੇ। ਔਰ ਉਸ ਸੇਵਾ ਦੇ ਵਿੱਚ ਅਸੀਂ ਹਉਮੈ ਦੇ ਨਾਲ ਜੁੜ ਕੇ ਆਪਣਾ ਨੁਕਸਾਨ ਵੱਧ ਕਰ ਲੈਂਦੇ ਹਾਂ, ਜਦੋਂ ਅਸੀਂ ਕਿਸੇ ਹੋਰ ਨੂੰ ਸੇਵਾ ਦਾ ਮੌਕਾ ਹੀ ਨਹੀਂ ਦਿੰਦੇ। ਔਰ ਵੱਡੀ ਗੱਲ, ਜਦੋਂ ਅਸੀਂ ਸੇਵਾ ਕਰਦੇ ਹਾਂ ਨਾ, ਇਹ ਹਮੇਸ਼ਾ ਧਿਆਨ 'ਚ ਰੱਖ ਲਈਏ। ਔਰ ਇਹ ਅਕਲ ਵੀ ਤਾਂ ਹੀ ਆਏਗੀ ਜੇ ਪ੍ਰਭੂ ਦਾ ਨਾਮ ਜਪਾਂਗੇ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਪਤਾ ਨਹੀਂ ਕਿਹੜੀ ਰੂਪ ਦੇ ਵਿੱਚ ਆ ਕੇ ਤੁਹਾਡੀ ਪਰਖ ਲੈ ਲੈਣ। ਭਗਤ ਨਾਮਦੇਵ ਜੀ, ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਸੁਖਵਿੰਦਰ ਸਿੰਘ ਜੀ ਨੇ ਕੀਤਾ ਸੀ, ਉਹ ਜੱਗ ਕਰਿਆ ਕਰਦੇ ਸਨ। ਜੱਗ ਕਰ, ਹੱਥੀਂ ਪ੍ਰਸ਼ਾਦੇ ਪਕਾਉਂਦੇ, ਹੱਥੀਂ ਉਹਨਾਂ ਨੂੰ ਦੇਸੀ ਘਿਓ ਦੇ ਨਾਲ ਚੋਪੜ ਕੇ ਛਾਬੇ 'ਚ ਰੱਖੀ ਜਾਣ। ਕਹਿੰਦੇ ਇੱਕ ਕੁੱਤਾ ਆਇਆ ਔਰ ਬੜੀ ਨੀਚੀ ਜਾਤ ਦਾ, ਲਿਬੜਿਆ ਤਿਬੜਿਆ, ਭੱਜਿਆ ਆਇਆ, ਉਹ ਛਾਬੇ 'ਚੋਂ 2 ਪ੍ਰਸ਼ਾਦੇ ਚੱਕ ਕੇ ਭੱਜ ਗਿਆ। ਭਗਤ ਨਾਮਦੇਵ ਜੀ ਉਹ ਛਾਬਾ ਲੈ ਕੇ ਉਸ ਦੇ ਪਿੱਛੇ ਭੱਜੇ ਨੇ। ਉਹ ਸੱਚਾ ਪਾਤਸ਼ਾਹ ਵਾਹਿਗੁਰੂ, ਇਹ ਤਾਂ ਚੋਪੜੇ ਨਹੀਂ ਸੀ, ਲਿਆ ਮੈਂ ਚੋਪੜ ਦਿਆਂ, ਚੋਪੜ ਕੇ ਛਕ ਲਿਓ। ਉਸ ਕੁੱਕਰ ਦੇ ਵਿੱਚੋਂ ਪਰਮੇਸ਼ਰ ਪ੍ਰਗਟ ਹੋ ਕੇ ਕਹਿੰਦਾ, ਭਗਤਾ ਤੇਰੀ ਸੇਵਾ ਪ੍ਰਵਾਨ ਹੈ। ਅਸੀਂ ਕੀ ਕਰਦੇ ਹਾਂ? ਆਪਣੇ ਆਪ ਨੂੰ ਤੋਲੀਏ ਕਿ ਸਾਡਾ ਮਨ ਇਤਨਾ ਨਿਰਮਲ ਹੁੰਦਾ ਹੈ ਜਦੋਂ ਅਸੀਂ ਸੇਵਾ ਕਰਦੇ ਹਾਂ। ਜੋ ਅਸੀਂ ਚੌਰ ਸਾਹਿਬ ਕਰਦੇ ਹਾਂ, ਰੁਮਾਲਿਆਂ ਦੀ ਸੇਵਾ ਕਰਦੇ ਹਾਂ, ਲੰਗਰ ਦੀ ਸੇਵਾ ਕਰਦੇ ਹਾਂ, ਜੋੜਿਆਂ ਦੀ ਸੇਵਾ ਕਰਦੇ ਹਾਂ, ਕਿ ਸਾਡਾ ਮਨ ਇਤਨਾ ਨਿਰਮਲ ਹੈ ਕਿ ਜੋ ਵੀ ਜੀਵ ਆਇਆ ਉਹ ਪਰਮੇਸ਼ਰ ਦਾ ਰੂਪ ਅਸੀਂ ਸਮਝ ਰਹੇ ਹਾਂ। ਸਾਡਾ ਤਾਂ ਧਿਆਨ ਇਹ ਹੁੰਦਾ ਕਿ ਇਹ ਕਿਉਂ ਲੰਗਰ ਛਕ ਗਿਆ, ਉਹ ਕਿਉਂ ਲੰਗਰ ਛਕ ਗਿਆ, ਲੰਗਰ ਤਾਂ ਇਹਦੇ ਲਈ ਬਣਾਇਆ ਸੀ। ਨਹੀਂ,
सुमत ज्ञान ध्यान जिन दे, जन दास नाम ध्यावै सेई। आपे सेवा लायन आपे बख्श करे। नाम जपांगे ना, आप वो सेवा लाऊगा बख्शिश करके। सो उस बख्शिश दे पात्र बनिए, उसका नाम जप के। सबना का माँ प्यो आप है, आपे सार करे। अपना सारिਆਂ ਦਾ ਅਸਲ ਮਾਂ ਪਿਓ ਉਹ ਹੈ, ਇਹ ਜਾਣ ਲਈਏ। ਉਹਨੇ ਹੀ ਸਾਡੀ ਪ੍ਰਤਪਾਲਨਾ ਕਰਨੀ ਹੈ, ਆਪਣੀ ਡੋਰੀ ਉਹਦੇ ਹੱਥ ਦੇ ਦਈਏ। ਭਾਵ ਜਦੋਂ ਅਸੀਂ ਬਚਪਨ 'ਚ ਹੁੰਦੇ ਹਾਂ, ਮਾਂ ਪਿਓ ਦਾ ਕਹਿਣਾ ਮੰਨਦੇ ਆ ਨਾ, ਅਸਲ ਰੂਪ ਦੇ ਵਿੱਚ ਜੋ ਇਹ ਪਰਮੇਸ਼ਰ ਕਹਿੰਦਾ ਹੈ ਨਾ, ਇਹਦਾ ਹੁਕਮ ਮੰਨੀਏ। ਇਹਨੂੰ ਮਾਂ ਤੇ ਇਹਨੂੰ ਪਿਓ ਜਾਣੀਏ, ਕਿਉਂਕਿ ਜੋ ਸਾਡੀ ਆਤਮਿਕ ਜੀਵਨ ਦੀ ਪ੍ਰਤਪਾਲਨਾ ਹੈ, ਉਹ ਜੇ ਇਹਨਾਂ ਦੇ ਹੁਕਮਾਂ ਮੁਤਾਬਿਕ ਨਹੀਂ ਹੋਏਗੀ ਤਾਂ ਸਾਡਾ ਨਿਬੇੜਾ ਨਹੀਂ ਹੋਣਾ। ਆਵਾ ਗਾਉਣ ਦੇ 84 ਦੇ ਚੱਕਰ 'ਚ ਲੱਗੇ ਰਹਾਂਗੇ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਜੇ ਅਸੀਂ ਹੁਕਮ ਮੰਨਾਂਗੇ ਨਾ, ਨਾਮ ਜਪਾਂਗੇ, ਤਾਂ ਉਹ ਆਪ ਸਾਡੀ ਸਾਰ ਕਰੇਗਾ, ਸਾਡਾ ਹੱਥ ਫੜੇਗਾ। ਨਹੀਂ ਪੁੱਤਰਾ, ਐ ਨਹੀਂ, ਐ ਕਰਨਾ। ਉੱਥੇ ਆਈਏ। ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਾਮ ਜਦੋਂ ਜਪਾਂਗੇ, ਸਾਡਾ, ਜਿਵੇਂ ਆਪਾਂ ਪਹਿਲਾਂ ਕਿਹਾ ਨਾ, ਸਭਨਾ ਕਾ ਮਾਂ ਪਿਓ ਆਪ ਹੈ, ਤਾਂ ਉਹਦਾ ਘਰ ਵੀ ਹੈ। ਉਹ ਨਿੱਜ ਘਰ ਹੈ। ਅਸਲ 'ਚ ਸਾਡਾ ਵਾਸ ਉਸ ਨਿੱਜ ਘਰ ਦੇ ਵਿੱਚ ਹੋਏਗਾ। ਸਾਡੀ ਆਤਮਾ ਉਸ ਨਿੱਜ ਘਰ, ਉਸ ਪਰਮੇਸ਼ਰ, ਉਸ ਅਕਾਲ ਪੁਰਖ, ਉਸ ਮਾਂ ਪਿਓ ਦੇ ਘਰ ਦੇ ਵਿੱਚ ਜਾ ਬਰਾਜੂ। ਫਿਰ ਕੀ ਹੋਏਗਾ? ਜੁਗ ਜੁਗ ਸੋਭਾ ਹੋਏ। ਜਿਨ੍ਹਾਂ ਦੀ ਆਤਮਾ ਉੱਥੇ ਵਿਸ਼ਰਾਮ 'ਚ ਪਹੁੰਚ ਗਈ, ਉਹਨਾਂ ਦੀ ਜੁਗਾ ਜੁਗੰਤਰ ਤੱਕ ਸੋਭਾ ਹੈ। ਭਗਤ ਨਾਮਦੇਵ ਜੀ ਨੂੰ ਅੱਜ ਕੋਈ ਭੁੱਲਿਆ ਜੀ? ਉਹਨਾਂ ਦੀ ਵਡਿਆਈ ਕੋਈ ਭੁੱਲਿਆ? ਉਹਨਾਂ ਦੀ ਵਡਿਆਈ ਕੋਈ ਘਟੀ ਹੈ? ਕਾਰਨ ਹੀ ਇਹ ਹੈ, ਉਹਨਾਂ ਦਾ ਨਿੱਜ ਘਰ ਦੇ ਵਿੱਚ ਵਾਸਾ ਹੋਇਆ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਤੂੰ ਕਾਰਨ ਵੀ ਹੈ, ਕਰਨ ਵੀ ਹੈ, ਕਰਤਾ ਵੀ ਹੈ, ਕ੍ਰਿਤ ਵੀ ਹੈ। ਮੇਰਾ ਤੇਰੇ ਬਿਨਾ ਹੋਰ ਕੋਈ ਨਹੀਂ। ਇੱਥੇ ਆਈਏ। ਤੁਧ ਆਪੇ ਸ੍ਰਿਸ਼ਟ ਸਿਰਜਿਆ, ਆਪੇ ਫੁਨ ਗੋਈ। ਪਰਮੇਸ਼ਰ ਤੂੰ ਆਪ ਹੀ ਇਸ ਸ੍ਰਿਸ਼ਟੀ ਦੀ ਸਿਰਜਣਾ ਕਰਦਾ, ਆਪੇ ਹੀ ਨਾਸ਼ ਕਰਦਾ। ਨਾ ਜਾਣੀਏ ਕਿ ਅਸੀਂ ਕਿਸੇ ਨੂੰ ਮਾਰ ਸਕਦੇ ਹਾਂ, ਅਸੀਂ ਕਿਸੇ ਦਾ ਕੁਝ ਕਰ ਸਕਦੇ ਹਾਂ, ਜਾਂ ਅਸੀਂ ਕੋਈ ਜੀਵ ਪੈਦਾ ਕੀਤਾ, ਅਸੀਂ ਆਪਣੇ ਬੱਚੇ ਪੈਦਾ ਕੀਤੇ। ਗਲਤ। ਉਸ ਪਰਮੇਸ਼ਰ ਅਕਾਲ ਪੁਰਖ ਦਾ ਕੰਮ ਹੈ ਇਹ। मृतक को जीवालन हार, भूखे को देवत आधार, जिसका सास न काढ़त आप, ताको रख देकर हाथ। असी कौन होंगे किसी को मारन वाले? मार ही नहीं सकते, जिवा ही नहीं सकते। साह लेंदे सब लवाया। वो परमेश्वर जे साह दिंदा है तां साह लैंदे आ। अगे महाराज की कहते ने, वडियाई गुरमुख दे प्रभ हर पावै सोई। लेकिन जो ये राह ते परमेश्वर के हुक्म के मुताबिक चलते हैं, पातशाह अकाल पुरख उन्होंने वडियाइयां दिंदा है। करता तो वह है, लेकिन वडियाइयां अपने भगतां नूं दे दिंदा। गुरमुख नानक आराध्या, सब आखो धन 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 गुरसोई। तीजे स्वरूप दे विच गुरु नानक पातशाह जी के ਦੇ ਤੀਜੇ ਸਰੂਪ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ, ਉਸ ਪੁਰਖ ਅਕਾਲ ਪੁਰਖ ਨੂੰ ਧਿਆ ਕੇ ਜਦੋਂ ਅਸੀਂ ਇਹ ਪਦਵੀਆਂ 'ਤੇ ਪਹੁੰਚਦੇ ਹਾਂ, ਫਿਰ ਸਾਨੂੰ ਨਜ਼ਰ ਆਉਂਦਾ ਹਰ ਪਾਸੇ ਉਸ ਦੀ ਹੀ ਧਨਤ ਹੈ। ਸਭ ਆਖੋ ਧੰਨ 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 ਗੁਰਸੋਈ, ਕਿਉਂਕਿ ਗੁਰੂ ਹੀ ਸਾਨੂੰ ਅਸਲ ਰਾਹ ਦੇ ਉੱਤੇ ਪਾਉਂਦਾ ਜੀ। ਅਖੀਰ ਦੇ ਵਿੱਚ ਪਾਤਸ਼ਾਹ ਨੇ ਸੁੱਧ ਲਾਇਆ। ਸਮਾਂ ਹੋ ਚੱਲਿਆ, लेकिन थोड़ी जी इस पर विचार कर लें। आप सुध क्यों लाया है? वारा
ਦੀ ਸਮਾਪਤੀ ਹੈ, ਜਿੱਥੇ ਅੱਗੋਂ ਭਗਤ ਬਾਣੀ ਸ਼ੁਰੂ ਹੁੰਦੀ ਹੈ, ਉੱਥੇ ਸੁੱਧ ਲਾਇਆ ਅਕਾਲ ਪੁਰਖ ਨੇ, ਉੱਥੇ ਸੁੱਧ ਲਾਇਆ ਪੰਚਮ ਪਾਤਸ਼ਾਹ ਜੀ ਨੇ। ਕਿਉਂ? ਕਿਉਂਕਿ ਜਦੋਂ ਬਾਣੀ ਸੰਪਾਦਨਾ ਕੀਤੀ ਹੈ ਭਾਈ ਗੁਰਦਾਸ ਜੀ ਨੂੰ, ਜਿਤਨੀ ਸਾਹਿਬਾਂ ਦੀ ਬਾਣੀ ਹੈ ਗੁਰੂ ਸਾਹਿਬਾਨਾਂ ਨੇ ਉਚਾਰੀ ਹੈ, ਉਸ ਬਾਣੀ ਨੂੰ ਵਿਆਕਰਨ ਮੁਤਾਬਿਕ ਪਾਤਸ਼ਾਹ ਨੇ ਸੋਧਿਆ, ਉੱਥੇ ਵਿਸ਼ਰਾਮ, ਉੱਥੇ ਸਭ ਕੁਝ ਲਾਇਆ, ਉੱਥੇ ਸੁੱਧ ਕੀਤਾ। ਲੇਕਿਨ ਕਮਾਲ ਦੀ ਗੱਲ ਦੇਖੋ, ਜਿਹੜੀ ਭਗਤਾਂ ਦੀ ਬਾਣੀ ਉਹਨਾਂ ਨੇ ਇਕੱਤਰ ਕਰਕੇ ਸੰਜੋਈ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ, ਉਸ ਦੇ ਵਿੱਚ ਇੱਕ ਵੀ ਲਗਾ ਮਾਤਰਾ ਦੀ ਤਬਦੀਲੀ ਨਹੀਂ ਕੀਤੀ। ਸਾਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਸਾਹਿਬਾਂ ਦੀ ਬਾਣੀ, ਜਿਸ ਰਾਗ ਦੇ ਵਿੱਚ ਵੀ ਸਾਹਿਬਾਂ ਦੀ ਬਾਣੀ ਦੀ ਸੰਪੂਰਨਤਾ ਹੀ ਵਾਰਾਂ ਦੇ ਅੰਤ ਤੇ ਹੁੰਦੀ ਹੈ ਨਾ ਜੀ, ਉੱਥੇ ਸੁੱਧ ਲਿਖਿਆ। ਮਾਰੇ ਕਹਿੰਦੇ ਇਹ ਸੁੱਧ ਸੋਧ ਦਿੱਤੀ ਗਈ ਹੈ। ਅੱਗੋਂ ਜਿਹੜੀ ਬਾਣੀ ਭਗਤਾਂ ਦੀ ਹੈ, ਉਹ ਜਿਵੇਂ ਉਚਾਰੀ, ਜਿਵੇਂ ਉਹਨਾਂ ਤੋਂ ਮਿਲੀ, ਉਵੇਂ ਦੀ ਉਵੇਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਕਾਰਨ ਉਹ ਆਲਰੇਡੀ ਸੋਧੀ ਹੋਈ, ਉਸ ਦੇ ਵਿੱਚ ਕੋਈ ਚੇਂਜ ਨਹੀਂ। ਸੋ ਇਹਨਾਂ ਵਿਚਾਰਾਂ ਦੇ ਨਾਲ ਆਪਾਂ ਸੰਪੂਰਨ ਕਰਦੇ ਹਾਂ ਜੀ। ਖਿਮਾ ਦਾ ਜਾਚਕ ਹਾਂ, ਰਾਗੀ ਜੱਥਾ ਆ ਚੁੱਕਿਆ ਜੀ। ਸਾਰੇ ਫਤਿਹ ਪ੍ਰਵਾਨ ਕਰੋ, ਅਰਦਾਸ ਕਰੀਏ ਆਪਾਂ। ਸਹੀ ਪਿਆਰੇ ਮੇਲੀ, ਜਿਨ੍ਹਾਂ ਮੇਲਿਆਂ ਤੇਰਾ ਨਾਮ ਚਿਤੇ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।